ਔਨ 에ਅਰ ਤੇ ਤੁਸੀਂ ਲਾਈਵ ਜੁੜ ਚੁੱਕੇ ਹੋ ਸਾਡੇ ਨਾਲ। ਅੰਮ੍ਰਿਤ ਵੇਲਾ ਜਿਸ ਵੇਲੇ ਹੋ ਚੁੱਕਾ ਹੈ 2021 ਦੇ ਵਿੱਚ ਅਸੀਂ ਕਦਮ ਰੱਖ ਚੁੱਕੇ ਹਾਂ। ਕਿਸਾਨੀ ਸੰਘਰਸ਼ ਦੇ ਵਿੱਚ ਕੁੰਡਲੀ ਬਾਰਡਰ ਤੇ ਅਸੀਂ ਮੌਜੂਦ ਹਾਂ। ਇਸ ਸੰਘਰਸ਼ ਦੇ ਵਿੱਚ ਜੋ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ, ਦੀਪ ਸਿੱਧੂ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਵੇਂ ਸਾਲ ਦਾ ਪਹਿਲਾ ਦਿਨ ਹੈ। ਹਾਂਜੀ। ਅਸੀਂ ਸ਼ੁਰੂਆਤ ਕੀਤੀ ਹੈ ਇਸ ਕਿਸਾਨੀ ਅੰਦੋਲਨ ਦੇ ਵਿੱਚ। ਤੁਸੀਂ ਕਿਸਾਨਾਂ ਦੇ ਨਾਲ ਡਟੇ ਹੋਏ ਪਹਿਲੇ ਦਿਨ ਤੋਂ ਹੀ। ਅੱਜ ਨਵੇਂ ਸਾਲ ਦੀ ਸ਼ੁਰੂਆਤ ਵੀ ਕਿਸਾਨਾਂ ਦੇ ਨਾਲ ਕੀਤੀ ਹੈ। ਜੋ ਪਹਿਲਾ ਸਾਡਾ ਸਾਲ ਦਾ ਪਹਿਲਾ ਦਿਨ ਹੈ, ਤੁਸੀਂ ਕਿਸਾਨਾਂ ਦੇ ਨਾਲ ਮਨਾਇਆ, ਕਿਹੋ ਜਿਹਾ ਫੀਲ ਕਰਦੇ ਹੋ? ਦੇਖੋ ਜੀ, ਇਹ ਜੇ ਫੀਲਿੰਗ ਦੀ ਗੱਲ ਕਰਦੇ ਆ ਤਾਂ ਇਹ ਆਪਦੇ ਆਪ 'ਚ ਇੱਕ ਬਾਕਮਾਲ ਜਿਹੜਾ ਐਕਸਪੀਰੀਅੰਸ ਆ ਉਹ ਇਸ ਕਰਕੇ ਬਿਕਾਜ਼ ਜਿਹੜਾ ਇੱਥੇ ਤੁਹਾਨੂੰ ਜਜ਼ਬਾ ਦੇਖਣ ਨੂੰ ਮਿਲ ਰਿਹਾ, ਜੋ ਆਪਸੀ ਪਿਆਰ ਸਾਂਝ ਦੇਖਣ ਨੂੰ ਮਿਲ ਰਹੀ ਆ, ਉਹ ਬਹੁਤ ਬਹੁਤ ਇੱਕ ਐਗਜ਼ੈਂਪਲਰੀ ਆ, ਹੈ ਨਾ। ਉਹਨੂੰ ਹਜੇ ਤੱਕ ਅਸੀਂ ਕਦੇ ਮਹਿਸੂਸ ਹੀ ਨਹੀਂ ਕਰ ਸਕੇ ਅਸੀਂ। ਪਰ ਹੁਣ ਤੁਸੀਂ ਅਸਲ ਪੰਜਾਬ ਨੂੰ ਜੇ ਮਹਿਸੂਸ ਕਰਨਾ ਤੇ ਪੰਜਾਬ ਦੀ ਇੱਕ ਸੋਵਰਨ ਸਟੇਟਸ ਜਾਂ ਸੋਚ ਨੂੰ ਮਹਿਸੂਸ ਕਰਨਾ ਤਾਂ ਤੁਹਾਨੂੰ ਇਸ ਧਰਨੇ 'ਚ ਜਾਂ ਮੋਰਚੇ 'ਚ ਜ਼ਰੂਰ ਆਉਣਾ ਚਾਹੀਦਾ। ਤੇ ਅਸੀਂ ਆਪਦੇ ਆਪ ਨੂੰ ਵੀ ਦੇਖੋ, ਆ ਬਾਈ ਜੀ ਹੁਣੀ ਖੜੇ ਆ ਸਾਰੇ, ਇਹ ਅਸੀਂ ਇੱਕ ਦੂਜੇ ਨੂੰ ਕਦੇ ਜਾਣਦੇ ਨਹੀਂ ਸੀ, ਪਰ ਪਹਿਲੇ ਦਿਨ ਤੋਂ ਜਦੋਂ ਅਸੀਂ ਤੁਰੇ ਉਦੋਂ ਦੀ ਸਾਂਝ ਆ। ਤੇ ਹੁਣ ਜਦੋਂ ਵੀ ਮਿਲਦੇ ਆਂ ਲੱਗਦਾ ਵੀ ਆ ਪਰਿਵਾਰ ਆ, ਹਨਾ। ਤੇ ਹੁਣ ਜਿਵੇਂ ਆਪਾਂ 2021 ਸ਼ੁਰੂ ਹੋ ਗਿਆ ਤੇ ਇੱਥੇ ਖੜੇ ਆ, ਗੱਲਾਂ ਕੀ ਹੋ ਰਹੀਆਂ ਨਗਰ ਕੀਰਤਨ ਕੱਢਣ ਦੀਆਂ, ਗੱਲਾਂ ਕੀ ਹੋ ਰਹੀਆਂ ਵੀ ਗਾਂ ਅਸੀਂ ਜਿਹੜੀ ਰਣਨੀਤੀ ਕੀ ਆ, ਅਸੀਂ ਜਿੱਤਣਾ ਕਿਵੇਂ ਆ, ਫਤਿਹ ਕਿਵੇਂ ਕਰਨਾ। ਤੇ ਇੱਕ ਸਾਂਝੀ ਸੋਚ ਹੈ ਨਾ ਜਿਹੜੀ, ਇਹ ਇੱਕ ਸਾਂਝਾ ਜਜ਼ਬਾ ਇਕੱਲੇ ਪੰਜਾਬ ਤੱਕ ਲਿਮਿਟਡ ਨਹੀਂ ਆ। ਸਾਡਾ ਹਰਿਆਣੇ ਵਾਲੇ ਵੀ ਇੱਥੇ ਬਾਈ ਬੈਠੇ ਆ, ਇਹ ਬੜਾ ਬਾਕਮਾਲ ਆ। ਸੋ ਓਵਰਆਲ ਐਕਸਪੀਰੀਅੰਸ ਜੇ ਮੈਂ ਦੇਖਾਂ ਤੇ ਜੇ ਮੈਂ ਕਹਾਂ ਵੀ ਬੜਾ ਕੁਝ ਸਿੱਖਣ ਨੂੰ ਮਿਲਿਆ, ਬੜੀਆਂ ਸਾਂਝਾਂ ਨਵੀਆਂ ਪਈਆਂ, ਹਨਾ। ਤੇ ਜਿਹੜਾ ਅਸੀਂ ਆਪਦੇ ਵਿਰਸੇ ਨਾਲ ਜੁੜੇ ਆ ਤੇ ਵਿਰਸਾ ਸਾਡੇ ਅੰਦਰ ਜਾਗਿਆ, ਅਸੀਂ ਬਹੁਤ ਵੱਡਾ ਇੱਕ ਸਟੇਟ ਦਾ ਟੈਰਰ ਤੋੜਿਆ। ਸਾਡੇ ਮਨਾਂ 'ਚ ਹੀ ਵਸਾਤਾ ਸੀ ਉਹ ਟੈਰਰ, ਡਰ, ਉਹ ਤੋੜਤਾ। ਇਹ ਪਹਿਲਾਂ ਕਦੇ ਨਹੀਂ ਹੋਇਆ ਸੀ, ਇਸ ਵਰਤਾਰੇ ਦੇ ਥਰੂ ਹੀ ਹੋਇਆ ਜੀ। ਸ਼ੰਭੂ ਬਾਰਡਰ ਤੇ ਤੁਸੀਂ ਪਹਿਲਾਂ ਮੋਰਚਾ ਲਗਾ ਕੇ ਬੈਠੇ ਰਹੇ, ਉਸ ਨੂੰ ਵੀ ਤੁਸੀਂ ਕਈ ਰਾਤਾਂ ਜਗ ਕੇ ਕੱਟੀਆਂ ਨੇ। ਅੱਜ ਵੀ ਰਾਤ ਕਾਫੀ ਨਿਕਲ ਚੁੱਕੀ ਹੈ, ਸਵੇਰ ਦਾ ਦਿਨ ਚੜ ਚੁੱਕਾ। ਅਜੇ ਵੀ ਤੁਸੀਂ ਕਿਸਾਨਾਂ ਦੇ ਵਿੱਚ ਵਿਚਰ ਰਹੇ ਹੋ, ਸਟੇਜ ਤੇ ਪਹੁੰਚੇ ਹੋ, ਪਾਲਕੀ ਸਾਹਿਬ ਦੇਖਣ ਪਹੁੰਚੇ ਹੋ। ਕੀ ਉਹ ਚੀਜ਼ ਹੈ ਵੀ ਜਿਹੜੀ ਖਿੱਚ ਕੇ ਲੈ ਆਉਂਦੀ ਹੈ ਨੀ ਰਾਤ ਨੂੰ? ਮੈਂ ਤੁਹਾਨੂੰ ਉਹੀ ਦੱਸਦਾ ਜੀ, ਜਦੋਂ ਜਜ਼ਬਾ ਤੁਹਾਡੇ ਅੰਦਰ ਇਹੋ ਜਿਹਾ ਜਜ਼ਬਾ ਹੋਵੇ ਨਾ, ਉਹ ਕਿੱਥੋਂ ਆਉਂਦਾ? ਉਹ ਤੁਹਾਨੂੰ ਤੁਹਾਡੇ ਗੁਰੂ ਸਾਹਿਬਾਨ ਪ੍ਰੇਰਿਤ ਕਰਦੇ ਆ। ਉਹਨਾਂ ਨੇ ਜੋ ਸਾਡੇ ਸ਼ਹੀਦੀਆਂ ਦਿੱਤੀਆਂ, ਸ਼ਹੀਦ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ, ਉਹ ਖੂਨ ਅੰਦਰ ਜਾਗਦਾ ਤੇ ਇਹ ਵਿਰਸਾ ਜਾਗ ਜਾਂਦਾ। ਜਦੋਂ ਵਿਰਸਾ ਜਾਗ ਜੇ ਉਦੋਂ ਫਿਰ ਟਿਕ ਕੇ ਬੈਠਣਾ ਬਹੁਤ ਔਖਾ, ਉਦੋਂ ਨਹੀਂ ਟਿਕ ਕੇ ਬੈਠ ਸਕਦੇ। ਹੁਣ ਜਦੋਂ ਅਸੀਂ ਇੱਥੇ ਜਿਹੜੇ ਸਾਰੇ ਤੁਰੇ ਫਿਰਦੇ ਆ, ਇਹ ਕਿਤੇ ਨਾ ਕਿਤੇ ਇਹਨਾਂ ਦੇ ਅੰਦਰ ਉਹੀ ਜਾਗ ਲੱਗ ਗਈ। ਹੁਣ ਇਹਨਾਂ ਨੂੰ ਆਪਦਾ ਇਤਿਹਾਸ ਵੀ ਯਾਦ ਆਉਂਦਾ, ਹੁਣ ਇਹਨਾਂ ਨੂੰ ਆਪਦੇ ਉਹ ਜਿਹੜੇ ਰਹਿਬਰ ਗੁਰੂ ਸ਼ਹੀਦ ਉਹ ਯਾਦ ਆਉਂਦੇ ਆ। ਦੇਖੋ ਵਾਰ-ਵਾਰ ਸਟੇਜਾਂ ਤੋਂ ਗੱਲ ਹੋਣੀ, ਹਨਾ। ਤੇ ਜੇ ਅਸੀਂ ਹੁਣ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਕਰ ਰਹੇ ਸੀ, ਉਹ ਪ੍ਰੇਰਨਾ ਉਹਨਾਂ ਸਰੋਤਾਂ ਤੋਂ, ਉਹਨਾਂ ਸ਼ਖਸੀਅਤਾਂ ਤੋਂ ਹੀ ਸਾਨੂੰ ਮਿਲਦੀ ਆ। ਜੇ ਤਾਂ ਹੀ ਤਾਂ ਜਿਸ ਕੌਮ ਕੋਲੇ ਉਹਨਾਂ ਦਾ ਇਤਿਹਾਸ ਨਹੀਂ ਹੁੰਦਾ, ਉਹ ਕੌਮ ਫਿਰ ਬਾਹਲੀ ਦੇਰ ਚੱਲ ਨਹੀਂ ਸਕਦੀ, ਖੜੀ ਨਹੀਂ ਰਹਿ ਸਕਦੀ ਹੁੰਦੀ। ਉਹ ਕਿਤੇ ਨਾ ਕਿਤੇ ਜਾ ਕੇ ਉਹ ਕੌਮ ਨੇ ਖਤਮ ਹੋ ਜਾਣਾ ਹੁੰਦਾ। ਸੋ ਸਾਡਾ ਜਿਹੜਾ ਭਵਿੱਖ ਆ ਉਹ ਸਾਡੇ ਇਤਿਹਾਸ ਚੋਂ ਨਿਕਲਦਾ ਜੀ। ਬਹੁਤੇ ਤਾਂ ਇਸ ਵੇਲੇ ਰਜਾਈਆਂ 'ਚ ਬੈਠੇ ਹੋਣਗੇ ਕਿਉਂਕਿ ਠੰਡ ਦਾ ਵੀ ਪ੍ਰਕੋਪ ਹੈ, ਕਾਫੀ ਠੰਡ ਵੀ ਚੱਲ ਰਹੀ ਹੈ। ਅੰਮ੍ਰਿਤ ਵੇਲੇ ਦੇ ਜੋ ਨੌਜਵਾਨਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਇਹ ਟਰੈਕਟਰ ਖੜਾ ਹੈ, ਸਵੇਰੇ ਨਗਰ ਕੀਰਤਨ ਨਿਕਲੇਗਾ, ਸੇਵਾ ਸਿੱਖ ਸੰਗਤਾਂ ਦੇ ਵੱਲੋਂ ਹੁਣੇ ਬਹੁਤ ਸਾਰੀਆਂ ਬੀਬੀਆਂ ਵੀ ਗਈਆਂ ਨੇ, ਬਹੁਤ ਤਨ ਮਨ ਦੇ ਨਾਲ ਸਿੱਖ ਸੰਗਤਾਂ ਸੇਵਾ ਨਿਭਾਉਣ ਰਹੀਆਂ ਨੇ। ਕਿਸ ਤਰ੍ਹਾਂ ਵੇਖਦੇ ਹੋ? ਦੇਖੋ, ਇਹ ਤਾਂ ਸਾਡਾ ਉਹੀ ਆ ਨਾ ਵੀ ਮੈਂ ਤੁਹਾਨੂੰ ਕਿਹਾ, ਜਿਹੜੀਆਂ ਸ਼ਹੀਦੀਆਂ ਸਾਡੇ ਜਾਂ ਜਿਹੜੀਆਂ ਕੁਰਬਾਨੀਆਂ ਸਾਡੇ ਗੁਰੂਆਂ ਨੇ ਦਿੱਤੀਆਂ ਜਾਂ ਸਾਡੇ ਸ਼ਹੀਦਾਂ ਨੇ ਦਿੱਤੀਆਂ, ਉਹ ਵਿਅਰਥ ਨਹੀਂ ਗਈਆਂ। ਸਾਡੇ ਖੂਨ 'ਚੋਂ ਹੁਣ ਵੀ ਬੋਲਦੀਆਂ। ਇੱਥੇ ਦੇਖੋ ਸਾਡੇ ਨਿਹੰਗ ਸਿੰਘ ਫੌਜਾਂ ਬੈਠੀਆਂ, ਜਦੋਂ ਉਹਨਾਂ ਕੋਲੇ ਜਾ ਕੇ ਵਿਚਰੀਦਾ ਤੇ ਉਹ ਬਾਕਮਾਲ ਉਹਨਾਂ 'ਚੋਂ ਇੱਕ ਗੱਲ ਮੈਨੂੰ ਜਿਹੜੀ ਉਹ ਦੇਖਣ ਨੂੰ ਮਿਲੀ ਆ, ਉਸ ਕਹਿੰਦੇ ਅਸੀਂ ਸੋਵਰਨ, ਅਸੀਂ ਕਿਸੇ ਦੇ ਅਧੀਨ ਹੀ ਨਹੀਂ ਆ। ਹੁਣ ਵੀ ਖਾਲਸਾ ਰਾਜ ਆ, ਕਹਿੰਦੇ ਸਾਨੂੰ ਕੋਈ ਰੋਕ ਹੀ ਨਹੀਂ ਸਕਦਾ, ਹਨਾ। ਉਹ ਉਹਨਾਂ 'ਚ ਜਿਹੜੀ ਇੱਕ ਸੋਵਰਨਿਟੀ ਆ ਨਾ, ਜਿਹੜੀ ਚਿਣਗ ਸਾਡੇ ਅੰਦਰ ਸਾਡੇ ਗੁਰੂ ਸਾਹਿਬਾਨ ਲਾ ਗਏ, ਦੇਖੋ ਉਹ ਸੋਵਰਨ ਸਟੇਟਸ ਇੱਥੇ ਸਾਨੂੰ ਪੂਰੇ ਮੋਰਚੇ 'ਚ ਤੁਹਾਨੂੰ ਉਹੀ ਸੋਵਰਨ ਸਟੇਟਸ ਦੇਖਣ ਨੂੰ ਮਿਲਦਾ, ਸੋਵਰਨਿਟੀ ਦੇਖਣ ਨੂੰ ਮਿਲਦੀ ਆ ਵੀ ਅਧੀਨਗੀ ਨਹੀਂ ਆ ਕਿਸੇ ਸਰਕਾਰ ਦੀ, ਕਿਸੇ ਵਿਚਾਰਧਾਰਾ ਦੀ, ਕਿਸੇ ਹੋਰ ਕਹਿ ਲਓ ਵੀ ਕਿਸੇ ਤਰ੍ਹਾਂ ਦੇ ਫਲਸਫੇ ਦੀ ਕੋਈ ਅਧੀਨਗੀ ਨਹੀਂ ਆ। ਅਸੀਂ ਅਧੀਨ ਆ ਅਕਾਲ ਪੁਰਖ ਵਾਹਿਗੁਰੂ ਦੇ, ਤੇ ਉਹ ਤੋਂ ਬਿਨਾਂ
ਸਾਨੂੰ ਕਿਸੇ ਦੀ ਅਧੀਨਗੀ ਮਨਜ਼ੂਰ ਵੀ ਨਹੀਂ ਆ। ਤੇ ਜਿੱਥੇ ਜ਼ੁਲਮ ਤੇ ਜ਼ਬਰ ਹੁੰਦਾ ਉੱਥੇ ਸਿੱਖਾਂ ਨੇ ਜਾ ਕੇ ਲੰਗਰ ਵੀ ਲਾਉਣੇ ਆ, ਉੱਥੇ ਲੜਨਾ ਵੀ ਆ, ਹੱਕ ਸੱਚ ਤੇ ਰਾਖੀ ਵੀ ਕਰਨੀ ਆ, ਉਹ ਪਹਿਰਾ ਵੀ ਦੇਣਾ ਉਹਦੇ ਤੇ। ਸੋ ਇਹੀ ਸਾਨੂੰ ਸਿਖਾਇਆ ਗਿਆ, ਉਹੀ ਕਰੀ ਜਾਂਦੇ ਆ ਹੁਣ ਅਸੀਂ ਜੀ। ਬਹੁਤ ਸਾਲ ਅਸੀਂ ਪਾਰਟੀਆਂ ਕਰਕੇ ਨਵਾਂ ਸਾਲ ਮਨਾਉਂਦੇ ਰਹੇ, ਹਾਂਜੀ। ਕਲੱਬ 'ਚ ਜਾਂਦੇ ਰਹੇ, ਪਰ ਇਸ ਵਾਰੀ ਜੋ ਕਿਸਾਨਾਂ ਦੇ ਨਾਲ ਤੁਸੀਂ ਨਵਾਂ ਸਾਲ ਤੇ ਪਹੁੰਚੇ ਹੋ ਮਨਾਇਆ, ਪਹਿਲੇ ਨਾਲੋਂ ਜੋ ਡਿਫਰੈਂਸ ਕੀ ਸਮਝਦੇ ਹੋ, ਕਿਹੋ ਜਿਹਾ ਅਨੁਭਵ ਦਾ ਵੱਖਰਤਾ ਸੀ? ਦੇਖੋ, ਮੈਂ ਹਜੇ ਤੱਕ ਜਿਹੜੇ ਨਵੇਂ ਸਾਲ ਮਨਾਏ ਆ ਉਹ ਵਾਕਈ ਨਵੇਂ ਸਾਲ ਇਹ ਸੀ ਵੀ ਜਾਂ ਤਾਂ ਮੈਂ ਇੰਡੀਆ ਤੋਂ ਬਾਹਰ ਚਲਾ ਜਾਂਦਾ ਸੀ ਤੇ ਉੱਥੇ ਕ੍ਰਿਸਮਸ ਤੇ ਨਿਊ ਇਅਰਸ ਮਨਾ ਕੇ ਆਉਂਦੇ ਸੀ, ਜਾਂ ਬੰਬੇ ਮਨਾਇਆ ਹਨਾ, ਉਹ ਤਾਂ ਫਿਰ ਕੋਈ ਪਾਰਟੀ ਆਰਗੇਨਾਈਜ਼ ਹੁੰਦੀ ਸੀ ਤੇ ਉੱਥੇ ਫਰੈਂਡਸ ਨਾਲ ਹੁੰਦੇ ਸੀ ਉਸ ਤਰ੍ਹਾਂ, ਤੇ ਸਾਰੇ ਹੀ ਜਿਵੇਂ ਕਰਦੇ ਆ। ਪਰ ਮੈਂ ਜੇ ਹੁਣ ਉਸ ਜ਼ਿੰਦਗੀ ਨੂੰ ਦੇਖਦਾ ਤਾਂ ਮੈਨੂੰ ਐਂ ਲੱਗਦਾ ਵੀ ਉਹ ਜ਼ਿੰਦਗੀ ਐਕਚੁਅਲੀ ਇੱਕ ਕਹਿ ਲਈਏ ਆਈ ਵਾਜ਼ਨਟ ਲਿਵਿੰਗ ਇਟ, I was just there. I was just probably, just there, ਹਨਾ। ਜੇ ਅਸਲ ਜ਼ਿੰਦਗੀ ਜਿਹੜੀ ਜਿਉਣੀ ਆ ਉਹ ਇਹ ਆ, ਅਸਲ ਮਕਸਦ ਆ ਜਿਹੜਾ ਜ਼ਿੰਦਗੀ ਦਾ, ਉਹ ਇੱਥੇ ਆ ਕੇ ਤੁਹਾਨੂੰ ਪਤਾ ਲੱਗਦਾ, ਆਪਦੇ ਲੋਕਾਂ 'ਚ ਪਤਾ ਲੱਗਦਾ। ਫਿਰ ਤੁਹਾਨੂੰ ਐਂ ਲੱਗਦਾ ਵੀ ਹਾਂ, ਇਹ ਲੋਕ ਮੇਰੇ ਆ, ਇਹ ਧਰਤੀਆਂ ਮੇਰੀਆਂ। ਜੇ ਕੁਝ ਕਰਨਾ ਜ਼ਿੰਦਗੀ 'ਚ ਤਾਂ ਇਹਨਾਂ ਲੋਕਾਂ ਦੇ ਵਿੱਚ ਵਿਚਰੋ, ਇਹਨਾਂ ਲੋਕਾਂ ਦੇ ਲਈ ਕੁਝ ਕਰੋ, ਆਪਦੀ ਧਰਤੀ ਲਈ ਕੋਈ ਵਫਾਦਾਰੀ ਨਿਭਾਓ। ਜੇ ਅਸੀਂ ਉਹ ਇੱਕ ਜਿਵੇਂ ਉਹਨੂੰ ਕਹਿਣਾ, ਮੈਂ ਹੁਣ ਮੈਨੂੰ ਐਂ ਲੱਗਦਾ that was a fake life, ਹੈ ਨਾ, ਉਹ ਐਕਚੁਅਲ ਲਾਈਫ ਨਹੀਂ ਸੀ। ਐਕਚੁਅਲ ਲਾਈਫ ਤਾਂ ਆਹ। ਔਰ ਸਾਡੀਆਂ ਜੇ ਅਸੀਂ ਕਹਿ ਲਈਏ ਵੀ ਜਿਵੇਂ ਸ਼ਹਿਰਾਂ 'ਚ ਰਹਿੰਦੇ ਹੋਏ ਜਿਹੋ ਜਿਹੀ ਜ਼ਿੰਦਗੀ ਜਾਂ ਜਿਹੋ ਜਿਹੀ ਮਸਰੂਫੀਅਤ ਸਾਡੀ ਹੋ ਜਾਂਦੀ ਹੈ, ਜਿੰਨਾ ਲੋੜਾਂ 'ਚ ਅਸੀਂ ਪੈ ਜਾਂਦੇ ਹਾਂ, ਉਹ ਸਾਡੀਆਂ ਲੋੜਾਂ ਵੀ ਨਹੀਂ ਆ। ਮਿਨੀਮਮ ਲੋੜਾਂ 'ਚ ਵੀ ਅਸੀਂ ਜ਼ਿੰਦਗੀ ਗੁਜ਼ਾਰ ਸਕਦੇ ਹਾਂ, ਪਰ ਉਹ ਇੱਥੇ ਆ ਕੇ ਸਮਝ ਆਉਂਦਾ, ਉੱਥੇ ਸਮਝ ਆ ਸਕਦਾ ਸੀ। ਜੀ। ਨਵੇਂ ਸਾਲ ਤੇ ਹਰ ਕੋਈ ਨਵਾਂ ਸੰਕਲਪ ਲੈਂਦਾ ਹੈ। ਜੋ ਨੌਜਵਾਨ ਤੁਹਾਡੇ ਨਾਲ, ਬਹੁਤ ਸਾਰੀ ਨੌਜਵਾਨ ਪੀੜ੍ਹੀ ਤੁਹਾਡੇ ਨਾਲ ਜੁੜੀ ਹੈ, ਕੀ ਕਹਿਣਾ ਚਾਹੋਗੇ ਵੀ ਅਜਿਹਾ ਕੀ ਸੰਕਲਪ ਲੈ ਕੇ ਤੁਰੀਏ ਵੀ ਇਸ ਮੋਰਚੇ ਨੂੰ ਫਤਿਹ ਕਰੀਏ? ਨਹੀਂ, ਸੰਕਲਪ ਤਾਂ ਦੇਖੋ, ਸਾਨੂੰ ਸਭ ਤੋਂ ਵੱਡੀ ਗੱਲ ਆ ਵੀ ਗੁਰੂ 'ਚ ਭਰੋਸਾ ਹੋਣਾ ਚਾਹੀਦਾ। ਗੁਰੂ ਤੋਂ ਭਰੋਸੇ ਤੋਂ ਬਿਨਾਂ ਅਸੀਂ ਕਦੇ ਜਿੱਤੇ ਹੀ ਨਹੀਂ। ਜਦੋਂ ਭਰੋਸਾ ਰੱਖ ਕੇ ਚੱਲਾਂਗੇ, ਜਿੱਤਾਂਗੇ ਉਦੋਂ ਹੀ। ਫਿਰ ਸਾਡੇ 'ਚ ਸਬਰ ਤੇ ਸੰਤੋਖ ਵੀ ਹੋਣਾ ਚਾਹੀਦਾ, ਤੇ ਇੱਕ ਜਾਬਤੇ 'ਚ ਵੀ ਰਹਿਣਾ ਪਊਗਾ, ਸਾਨੂੰ ਇੱਕ ਡਿਸਪਲਿਨ 'ਚ ਰਹਿਣਾ ਪਊਗਾ। ਇਸ ਵੇਲੇ ਜਿੱਤੂਗਾ ਉਹੀ ਜਿਹੜਾ ਆਪਦਾ ਸਿਦਕ ਤੇ ਸਬਰ ਦੋਨੇ ਹੀ ਰੱਖੇ। ਇਹ ਪਰਖੇ ਜਾ ਰਹੇ ਆ। ਹੁਣ ਦੇਖੋ, ਆਨੰਦਪੁਰ ਸਾਹਿਬ 8 ਮਹੀਨੇ 20 ਦਿਨਾਂ ਦਾ ਘੇਰਾ ਸੀ, ਹਨਾ, ਤੇ ਉਸ ਘੇਰੇ 'ਚ ਵੀ ਅੰਦਰ, ਹੁਣ ਤਾਂ ਅਸੀਂ ਘੇਰਾ ਪਾਈ ਬੈਠੇ ਆ, ਉਦੋਂ ਕਿਲੇ ਤੇ ਘੇਰਾ ਪਿਆ ਸੀ ਸਾਡੇ ਤੇ, ਹਨਾ। ਸੋ ਜੇ ਅਸੀਂ ਦੇਖੀਏ, ਉਦੋਂ ਵੀ ਇੱਕ ਡਿਸਪਲਿਨ, ਕਿੰਨਾ ਸਬਰ ਤੇ ਸਿਦਕ ਪਰਖਿਆ ਗਿਆ ਹੋਊਗਾ। ਅੰਦਰ ਭੁੱਖ ਵੀ ਹੋਣੀ ਆ। ਕਈ ਵਾਰੀ ਪਾਣੀ ਲੈਣ ਗਏ ਸਿੰਘ, ਪਾਣੀ ਲੈਣ ਖਾਤਰ ਜਦੋਂ ਭਰਨ ਗਏ, ਉਦੋਂ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ। ਤੇ ਅਸੀਂ ਤਾਂ ਬਹੁਤ ਚੰਗੇ ਬੈਠੇ ਆ, ਤੇ ਸਾਡੇ ਕੋਲੇ ਤਾਂ ਹਜੇ ਕੁਝ ਵੀ ਨਹੀਂ ਹੋਇਆ, ਮਹੀਨਾ ਹੀ ਹੋਇਆ। ਤੇ ਇਸ ਕਰਕੇ ਸਾਡਾ ਵੀ ਸਬਰ ਤੇ ਸਿਦਕ ਪਰਖਿਆ ਜਾ ਰਿਹਾ। ਤੇ ਅਸੀਂ ਇਸ ਗੱਲ ਨੂੰ ਸਮਝਣਾ ਵੀ ਇੱਥੇ ਜਿਹੜਾ ਪਹਿਲਾਂ ਕੋਈ ਉਸ ਸਬਰ ਨੂੰ ਤੋੜ ਗਿਆ, ਉਹ ਹਾਰ ਜੂ। ਜੇ ਸਰਕਾਰ ਤੋੜੀ, ਉਹ ਹਾਰ ਜਾਣਗੇ। ਜੇ ਅਸੀਂ ਤੋੜਿਆ, ਉਹ ਹਾਰ ਜੂ। ਸੋ ਇੱਕ ਅਨੁਸ਼ਾਸਨ ਤੇ ਇੱਕ ਆ, ਇਹ ਬਹੁਤ ਵੱਡੀ ਚੀਜ਼ ਆ। ਸਾਡੇ ਇੱਕੇ ਤੋਂ ਡਰਦੇ ਆ ਉਹ। ਦੇਖੋ ਕਿਵੇਂ ਵਾਰ-ਵਾਰ ਮੀਟਿੰਗਸ ਦੇ ਉਹ ਬੁਲਾਵੇ ਦੇ ਰਹੇ ਆ। ਪਰ ਇੱਕ ਗੱਲ ਜ਼ਰੂਰ ਆ, ਸਾਨੂੰ ਵੀ ਕੋਈ ਪ੍ਰੋਗਰਾਮਸ ਦੇਣੇ ਚਾਹੀਦੇ ਆ, ਹਨਾ। ਪ੍ਰੋਗਰਾਮਸ, ਪ੍ਰੈਸ਼ਰ ਪੁਆਇੰਟਸ ਤਾਂ ਕ੍ਰੀਏਟ ਕਰਾਂਗੇ ਨਾ, ਪਰ ਅਨੁਸ਼ਾਸਨ 'ਚ ਰਹਿ ਕੇ ਕਰੀਏ। ਤੇ ਉਹ ਅਸੀਂ ਇਹ ਵੀ ਦੇਖੀਏ ਵੀ ਸਾਡਾ ਇੱਕ ਜਿਹੜਾ ਇੱਥੇ ਜਾਬਤਾ ਤੇ ਨਾਲ ਸਾਡਾ ਇੱਕ ਸਿਦਕ ਆ, ਉਹ ਬਣਿਆ ਰਹੇ ਤੇ ਗੁਰੂ 'ਚ ਭਰੋਸਾ ਬਣਿਆ ਰਹੇ। ਜੀ। ਔਰ ਜੋ ਲਾਈ ਗਈ ਹੈ, ਕਿਸ ਤਰ੍ਹਾਂ ਵੇਖਦੇ ਹੋ ਕਿ ਕੀ ਅਸਾਰ ਲੱਗਦੇ ਨੇ ਉਸ ਮੀਟਿੰਗ ਦੇ ਵਿੱਚ? ਕਿਉਂਕਿ ਬਹੁਤ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਪਾਈ ਜਾ ਰਹੀ ਹੈ, ਕਿਉਂਕਿ 2 ਆਰਡੀਨੈਂਸ ਜੋ ਸਰਕਾਰ ਵੱਲੋਂ ਰੱਦ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ, ਪਰ ਜੋ ਮੇਨ ਸਾਡੇ ਮੁੱਖ ਮੰਗਾਂ ਨੇ, ਕਾਲੇ ਕਾਨੂੰਨ ਰੱਦ ਕਰਨ ਦੀਆਂ, ਉਹ ਜੇ ਉਸੇ ਤਰ੍ਹਾਂ ਪਈਆਂ ਹੋਈਆਂ ਨੇ। ਪਰ ਫਿਰ ਵੀ ਪੋਜ਼ਿਟਿਵਿਟੀ ਕਾਫੀ ਹੈ ਕਿ ਸਰਕਾਰ ਹੋ ਸਕਦਾ ਹੈ ਰੱਦ ਹੋ ਜਾਏ। ਤੁਸੀਂ ਕਿੱਦਾਂ ਵੇਖਦੇ ਹੋ? ਦੇਖੋ, ਪੋਜ਼ਿਟਿਵਿਟੀ ਰਹਿਣੀ ਵੀ ਚਾਹੀਦੀ ਆ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸਰਕਾਰ ਆ ਨਾ ਜਿਹੜੀ, ਜੇ ਅਸੀਂ ਇੱਕ ਉਹਨਾਂ ਦੇ ਜਿਵੇਂ ਉਹ ਬਿਹੇਵ ਕਰ ਰਹੇ ਆ, ਉਹਨੂੰ ਡੀ ਕਾਨੂੰਨ ਰੱਦ ਕਰਨ, ਅਸਲ ਗੱਲ ਉੱਥੇ ਆ, ਹਨਾ। ਤੇ ਜਿਹੜੀ ਹੁਣ 4 ਤਰੀਕ ਦੀ ਮੀਟਿੰਗ ਹੋਣੀ ਆ, ਤੁਹਾਡੇ ਸਾਹਮਣੇ ਆ, ਉਹਨਾਂ ਨੇ ਇਸ ਗੱਲ ਤੇ ਆਉਣਾ ਹੀ ਨਹੀਂ। ਤੇ ਸਾਡੀ ਜਿਹੜੀ ਅੱਜ ਦੀ ਮੰਗ ਇਹ ਆ ਵੀ ਇਹ ਰੱਦ ਹੋਣੇ ਚਾਹੀਦੇ ਆ। ਹੁਣ ਜੇ ਮੇਰੇ ਤੋਂ ਤੁਸੀਂ ਸੁਹਿਰਦਤਾ ਨਾਲ, ਜਾਂ ਮੈਂ ਇੱਕ ਇੰਟੈਲੀਜੈਂਟਲੀ ਇਸ ਚੀਜ਼ ਨਾਲ ਜਦੋਂ ਡੀਲ ਕਰੂੰਗਾ, ਮੇਰੀ ਗੱਲ ਪੁੱਛੋਗੇ, ਤਾਂ ਮੇਰੇ ਕੋਲ ਇੱਕ ਆਪਦੀ ਰੀਜ਼ਨਿੰਗ ਆ ਇਸ ਗੱਲ ਵੀ ਅਸੀਂ ਇਹਨੂੰ ਕਿਉਂਕਿ ਇੱਕ ਡੈਡਲੌਕ ਕ੍ਰੀਏਟ ਹੋਇਆ, ਇਹਨੂੰ ਤੋੜਨਾ, ਇਸ ਡੈਡਲੌਕ ਨੂੰ ਕਿਵੇਂ ਤੋੜਨਾ, ਉਹ ਟੇਬਲ ਤੇ ਵੀ ਤੋੜਨਾ ਪਊਗਾ ਸਾਨੂੰ। ਸੋ ਇਸ ਲਈ ਸਾਨੂੰ ਇੱਕ ਟੀਮ ਵਰਕ, ਸਿਰ ਜੋੜ ਕੇ ਬੈਠਾਂਗੇ। ਤੇ ਰਾਹ ਵੀ ਹੈਗੇ,
ਤੇ ਸੰਗਤ ਨੂੰ ਅਸੀਂ ਇੱਥੋਂ ਆਪਦੇ ਫੌਜਾਂ ਨੂੰ ਆਪਦੀ ਲੋਕਾਂ ਨੂੰ ਜਿਤਾ ਕੇ ਵੀ ਲੈ ਕੇ ਜਾਵਾਂਗੇ ਤੇ ਹੋਰ ਵੀ ਬੜਾ ਕੁਝ ਪੰਜਾਬ ਵਾਸਤੇ ਲੈ ਕੇ ਜਾ ਸਕਦੇ ਹਾਂ, ਪਰ ਜੇ ਅਸੀਂ ਟੀਮ ਵਰਕ ਕਰਕੇ ਚੱਲੀਏ ਤਾਂ। ਜੀ ਗੱਲ ਕਰਨਾ ਕਿਉਂਕਿ ਪੰਜਾਬ ਦੇ ਵਿੱਚ ਵੀ ਕਿਸਾਨ ਲੰਮੇ ਸਮੇਂ ਸੰਘਰਸ਼ ਤੇ ਬੈਠੇ ਰਹੇ ਨੇ, ਧਰਨੇ ਲੱਗਦੇ ਰਹੇ ਨੇ। ਅਸੀਂ ਆਪਣੇ ਕਈ ਤਿਉਹਾਰ ਕੁਰਬਾਨ ਕੀਤੇ ਨੇ, ਅੱਜ ਨਵਾਂ ਸਾਲ ਵੀ ਅਸੀਂ ਇੱਥੇ ਮਨਾਇਆ। ਕੀ ਲੱਗਦਾ ਵੀ ਕਿੰਨਾ ਕੁ ਸੰਘਰਸ਼ ਹੋਰ ਚੱਲੇਗਾ, ਹੋਰ ਸਾਨੂੰ ਆਪਣੇ ਕਿੰਨੇ ਕੁ ਤਿਉਹਾਰ ਇਸ ਸੰਘਰਸ਼ ਲਈ ਕੁਰਬਾਨ ਕਰਨੇ ਪੈਣਗੇ? ਨਹੀਂ ਦੇਖੋ, ਕੁਰਬਾਨੀ ਇਹ ਤਾਂ ਕਿਹੜੀ ਕੁਰਬਾਨੀ ਆ, ਇਦੋਂ ਵੱਡਾ ਤਿਉਹਾਰ ਕੀ ਹੋ ਸਕਦਾ। ਜਿਵੇਂ ਮੈਂ ਕਿਹਾ, ਤੁਸੀਂ ਦੇਖੋ ਅਸੀਂ ਪਰਿਵਾਰਕ ਤੌਰ ਤੇ ਜੇ ਇਕੱਠੇ ਆ, ਐਂ ਕਦੇ ਹੋਏ ਸੀ? ਇਹ ਤਾਂ ਇਤਿਹਾਸਿਕ ਵਰਤਾਰਾ। ਅਗਲੀ ਗੱਲ ਜਿਹੜੀ ਸਾਡੇ 'ਚ ਜਿਹੜਾ ਇੱਕ ਸਟੇਟ ਦਾ ਡਰ ਸੀ, ਜਿਹੜਾ 84 ਤੋਂ ਲੈ ਕੇ ਲਗਾਤਾਰ ਸਾਡੇ 'ਚ ਇਹਨਾਂ ਨੇ 2005 ਤੱਕ ਉਹ ਸਾਡੇ ਮਾਨਸਿਕਤਾ 'ਚ ਪਾਤਾ ਸੀ, ਉਹ ਤੋੜ ਕੇ ਅਸੀਂ ਆਏ ਆ, ਹਨਾ। ਫਿਰ ਜਿਹੜੀ ਇੱਕ ਕਈ ਤਰ੍ਹਾਂ ਦੀ ਰਾਈਵਲਰੀਜ਼, ਹਰਿਆਣਾ ਪੰਜਾਬ ਦੀ ਰਾਈਵਲਰੀ ਮੈਲਟ ਹੋਈ ਆ। ਅੱਜ ਐਂ ਲੱਗ ਰਿਹਾ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਆ, ਅਸੀਂ ਵੱਖ ਤਾਂ ਹੈ ਹੀ ਨਹੀਂ। ਤੇ ਆਪਸ 'ਚ ਵੀ ਜਿਹੜੀ ਧੜੇਬੰਦੀ, ਪਾਰਟੀਬਾਜੀ, ਉਹ ਵੀ ਮੈਲਟ ਹੋਈ ਆ। ਕਿੰਨੀਆਂ ਚੀਜ਼ਾਂ ਮੈਲਟ ਹੋ ਗਈਆਂ। ਇੱਕ ਅਸੀਂ ਜੇ ਕਹਿ ਲਈਏ ਹੇਟਰੇਟ, ਜਿਹੜਾ ਨਾ ਨਫ਼ਰਤ ਮੈਲਟ ਹੋਈ ਹੈ ਇੱਥੇ, ਉਹ ਬਹੁਤ ਬਾਕਮਾਲ ਆ। ਸੋ ਅਸੀਂ ਇਹ ਪ੍ਰਾਪਤੀਆਂ ਖਾਤਰ ਜਿੰਨੇ ਮਰਜ਼ੀ ਤਿਉਹਾਰ, ਜਿਹੜੇ ਦੁਨਿਆਵੀ ਤਿਉਹਾਰ ਆ, ਤੁਸੀਂ ਸਾਡੇ ਤੋਂ ਕੁਰਬਾਨ ਕਰਾ ਲਓ, ਅਸੀਂ ਕਰਨ ਨੂੰ ਤਿਆਰ ਆ। ਇਹ ਤਾਂ ਪੰਜਾਬ ਜਾਗ ਗਿਆ। ਇਸ ਪੰਜਾਬ ਨੇ ਗਾਂ ਹੋਰ ਬਹੁਤ ਲੜਾਈਆਂ ਲੜਨੀਆਂ, ਆਪਦੇ ਹੱਕਾਂ ਦੀਆਂ ਲੜਾਈਆਂ ਲੜਨੀਆਂ। ਸਾਡੇ ਮਸਲੇ ਬੜੇ ਗੰਭੀਰ ਆ, ਸਾਡੇ ਪਾਣੀਆਂ ਦੇ ਮਸਲੇ ਆ, ਸਾਡੇ ਐਜੂਕੇਸ਼ਨ ਦੇ ਮਸਲੇ ਆ, ਸਾਡੇ ਖੇਤੀਬਾੜੀ ਦੇ ਮਸਲੇ ਹਜੇ ਜਿਉਂ ਦੀ ਤਿਉਂ ਪਏ ਆ। ਸੋ ਸਾਨੂੰ ਹਜੇ ਤੱਕ ਤਾਂ ਗਲੀਆਂ ਨਾਲੀਆਂ ਦੀ ਪੋਲਿਟਿਕਸ ਤੇ ਹੀ ਰੱਖਿਆ ਗਿਆ, ਜਾਂ ਰਿਸ਼ਵਤ ਨਹੀਂ ਲੈਣ ਦੇਵਾਂਗੇ, ਜਾਂ ਐਡਮਿਨਿਸਟ੍ਰੇਸ਼ਨ ਤੋਂ ਸਹੀ ਤਰ੍ਹਾਂ ਦਾ ਐਡਮਿਨਿਸਟ੍ਰੇਟਿਵ ਕੰਮ ਕਰਾਵਾਂਗੇ, ਇਹਨਾਂ ਗੱਲਾਂ ਤੇ ਹੀ ਰੱਖਿਆ ਗਿਆ। ਅਸਲ ਮਸਲੇ ਤੇ ਤਾਂ ਕਿਸੇ ਨੇ ਕੋਈ ਪੋਲੀਟੀਸ਼ੀਅਨ ਆਇਆ ਹੀ ਨਹੀਂ। ਸੋ ਅਸੀਂ ਹੁਣ, ਪਰ ਇੱਥੇ ਜਿਹੜੇ ਹੁਣ ਲੋਕ ਬੈਠੇ ਆ ਜਾਂ ਜਿਹੜੇ ਆ ਵੀ ਰਹੇ ਆ, ਉਹ ਇਹ ਗੱਲ ਸਮਝ ਗਏ ਆ ਵੀ ਪੰਜਾਬ ਦੇ ਅਸਲੀ ਮਸਲੇ ਆ ਜਿਹੜੇ। ਹੁਣ ਜੇ ਸਾਡੀ ਰਾਜਨੀਤੀ ਹੋਊਗੀ ਤਾਂ ਉਹਨਾਂ ਮਸਲਿਆਂ ਤੇ ਹੋਣੀ ਚਾਹੀਦੀ ਆ, ਸਾਨੂੰ ਗਲੀਆਂ ਨਾਲੀਆਂ ਤੋਂ ਉੱਤੇ ਉੱਠਣਾ ਪਊਗਾ। ਜੀ ਮੇਰਾ ਆਖਰੀ ਸਵਾਲ, ਕਿਉਂਕਿ ਨਵਾਂ ਸਾਲ ਚੜ੍ਹ ਚੁੱਕਾ ਹੈ, ਸੰਘਰਸ਼ਕਾਰੀਆਂ ਦੇ ਨਾਂ ਤੁਹਾਡਾ ਕੋਈ ਸੰਦੇਸ਼ ਹੋਵੇ ਇਸ ਨਵੇਂ ਸਾਲ ਦੇ ਵਿੱਚ? ਦੇਖੋ, ਨਵਾਂ ਸਾਲ ਤਾਂ ਹੁਣ ਜਿਵੇਂ ਇਹ ਚੜ੍ਹਿਆ, ਪ੍ਰਮਾਤਮਾ ਕਰੇ ਵੀ ਜੋ ਇੱਥੇ ਜਜ਼ਬਾ ਬਣਿਆ ਹੋਇਆ ਤੇ ਜਿਸ ਤਰ੍ਹਾਂ ਦਾ ਆਪਸੀ ਪਿਆਰ ਤੇ ਸਾਂਝ ਬਣੀ ਹੋਈ ਆ ਤੇ ਜੋ ਡਿਸਪਲਿਨ ਬਣਿਆ ਹੋਇਆ, ਇਹ ਅਸੀਂ ਬਣਾਈ ਰੱਖੀਏ। ਇਹ ਅਸੀਂ ਪੰਜਾਬ ਜਾ ਕੇ ਵੀ ਬਣਾਈ ਰੱਖੀਏ, ਕਿਉਂਕਿ ਪੰਜਾਬ, ਜਿਵੇਂ ਮੈਂ ਕਿਹਾ, ਜਾ ਕੇ ਬੜੀਆਂ ਲੜਾਈਆਂ ਲੜਨੀਆਂ। ਸੋ ਅਕਾਲ ਪੁਰਖ ਵਾਹਿਗੁਰੂ ਨੇ ਸਾਡੀਆਂ ਜ਼ਮੀਰਾਂ ਨੂੰ ਵੀ ਜਗਾਤਾ, ਸਾਨੂੰ ਵੀ ਜਗਾਤਾ। ਸੁੱਤੇ ਪਏ ਸੀ ਅਸੀਂ, ਹੁਣ ਕਿਤੇ ਹੀ ਨਸ਼ਿਆਂ ਦੀ ਗੱਲ ਨਹੀਂ ਹੋ ਰਹੀ। ਤੁਸੀਂ ਦੇਖੋ, ਹਨਾ, ਕਿਤੇ ਅਸੀਂ ਜਿਹੜੇ ਵਿਰਸੇ ਨੂੰ ਭੁੱਲੇ ਪਏ ਸੀ, ਉਹ ਹਰ ਸ਼ਖਸ, ਹਰ ਰੂਹ ਇੱਥੇ ਉਸ ਵਿਰਸੇ ਦੀ ਗੱਲ ਕਰਦੀ ਆ। ਤੇ ਮੇਰਾ ਸੰਦੇਸ਼ ਤਾਂ ਇਹੀ ਆ ਵੀ ਇਹਨੂੰ ਜਿਉਂ ਦੀ ਤਿਉਂ ਬਰਕਰਾਰ ਰੱਖਿਓ। ਅਸੀਂ ਭੁੱਲ ਨਹੀਂ ਜਾਣਾ ਇੱਥੋਂ ਜਿੱਤ ਕੇ ਜਦੋਂ ਗਏ ਖੁਸ਼ੀ 'ਚ, ਵੀ ਹਜੇ ਬਹੁਤ ਇਹ ਤਾਂ ਹਜੇ ਸੰਘਰਸ਼ ਦੀ ਸ਼ੁਰੂਆਤ ਆ, ਹਜੇ ਬੜੇ ਸੰਘਰਸ਼ ਕਰਨੇ ਆ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ। ਸੋ ਇਹ ਸਨ, ਬਹੁਤ ਬਹੁਤ ਧੰਨਵਾਦ ਦੀਪ ਸਿੱਧੂ ਜੀ। ਸੋ ਇਹ ਸਨ ਦੀਪ ਸਿੱਧੂ, ਜਿਨ੍ਹਾਂ ਨੇ ਆਪਣੇ ਇੱਥੇ ਪਹੁੰਚੇ ਨੇ ਗੱਲਬਾਤ ਕਰਨ ਦੇ ਲਈ, ਸਾਡੇ ਨਾਲ ਗੱਲਬਾਤ ਕੀਤੀ ਹੈ, ਜਿੱਥੇ ਨਵੇਂ ਸਾਲ ਦੇ ਵਿੱਚ ਉਹਨਾਂ ਦਾ ਸੰਦੇਸ਼ ਪੰਜਾਬ ਵਾਸੀਆਂ ਨੂੰ, ਇਹਨਾਂ ਸੰਘਰਸ਼ਕਾਰੀਆਂ ਨੂੰ ਇਹੀ ਹੈ ਕਿ ਜਿਸ ਤਰ੍ਹਾਂ ਪੰਜਾਬ ਨੇ ਹੁਣ ਇਸ ਵੇਲੇ ਇਕਜੁੱਟਤਾ ਦਿਖਾਈ ਹੈ, ਬੇਸ਼ੱਕ ਇਹ ਸਾਡਾ ਸੰਘਰਸ਼ ਖਤਮ ਵੀ ਹੋ ਜਾਂਦਾ ਹੈ ਤਾਂ ਸਾਨੂੰ ਇਸੇ ਤਰ੍ਹਾਂ ਇਕਜੁੱਟਤਾ ਬਣਾਈ ਰੱਖਣੀ ਚਾਹੀਦੀ ਹੈ। ਕੈਮਰਾ ਪਰਸਨ ਮਨਿੰਦਰ ਦੇ ਨਾਲ ਗੁਰਪ੍ਰੀਤ ਕੌਰ, ਕੁੰਡਲੀ ਬਾਰਡਰ।